ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ, ਦੋ ਜਥੇਬੰਦੀਆਂ ਵੱਲੋਂ ਬਿਹਤਰ ਤਾਲਮੇਲ ਕਮੇਟੀ ਬਣਾ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਏਕਤਾ ਉਗਰਾਹਾਂ ਦੋਨਾਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਜਿਹੜੇ ਕਾਨੂੰਨ ਨੇ ਖੇਤੀਬਾੜੀ ਕਾਨੂੰਨ, ਇਹਨਾਂ ਨੂੰ ਰੱਦ ਕਰਾਉਣ ਦੀ ਖਾਤਰ, ਬਿਜਲੀ ਬਿੱਲ 2020 ਇਹ ਖਤਮ ਕਰਾਉਣ ਦੀ ਖਾਤਰ ਤੇ ਪਰਾਲੀ ਵਾਲਾ ਕਾਨੂੰਨ ਰੱਦ ਕਰਾਉਣ ਦੀ ਖਾਤਰ, MSP ਸਰਕਾਰੀ ਖਰੀਦ ਤੇ PDS ਨੂੰ ਦਾ ਲੀਗਲੀ ਪ੍ਰੋਵੀਜ਼ਨ ਲੈਣ ਦੀ ਖਾਤਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ। ਕਈ ਗੱਲਾਂ ਦੇ ਦੌਰ ਚੱਲੇ ਨੇ, ਗੱਲ ਦਾ ਕੋਈ ਛਿੱਟਾ ਨਹੀਂ ਨਿਕਲਿਆ ਤੇ ਜਥੇਬੰਦੀਆਂ ਸਾਰੀਆਂ ਦੇ ਸਾਰੀਆਂ ਸੰਘਰਸ਼ ਕਰ ਰਹੀਆਂ ਨੇ, ਸਾਰੀਆਂ ਮੈਦਾਨ 'ਚ ਨੇ। ਆਪਣੇ ਆਪਣੇ ਤਰੀਕੇ ਨਾਲ ਘੱਟੋ ਘੱਟ ਇਸ ਗੱਲ 'ਤੇ ਸਹਿਮਤ ਨੇ ਕਿ ਕਾਨੂੰਨ ਰੱਦ ਕਰਾਉਣ ਦੇ ਖਾਤਰ ਪੰਜਾਬ ਦੀਆਂ ਵੀ ਸਾਰੀਆਂ ਜਥੇਬੰਦੀਆਂ, ਦੂਜੀਆਂ ਸਟੇਟਾਂ ਦੀਆਂ ਵੀ ਸਾਰੀਆਂ ਜਥੇਬੰਦੀਆਂ ਫੀਲਡ 'ਚ ਨੇ। ਲੜਨ ਦੇ ਤਰੀਕਾਕਾਰ ਦੇ ਵਿੱਚ ਫਰਕ ਹੋ ਸਕਦਾ, ਐਕਸ਼ਨ ਪਲਾਨਾਂ 'ਚ ਫਰਕ ਹੋ ਸਕਦਾ, ਪਰ ਸਾਰੇ ਚੋਟ ਨਿਸ਼ਾਨੇ 'ਤੇ ਇੱਕੋ ਗੱਲ ਕਿ ਜਿੰਨਾ ਚਿਰ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਸਾਰੇ ਵਾਪਸ ਨਹੀਂ ਹੁੰਦੇ, ਉਨਾ ਚਿਰ ਤੱਕ ਸੰਘਰਸ਼ ਕਰਨ ਦਾ ਸਾਡਾ ਸਾਰੀਆਂ ਜਥੇਬੰਦੀਆਂ ਦਾ ਫੈਸਲਾ ਹੈ। ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਪਹਿਲਾਂ ਵੀ ਸਾਡਾ ਤਾਲਮੇਲ ਚੱਲਿਆ, ਦੂਜੀਆਂ 30-32 ਕਿਸਾਨ ਜਥੇਬੰਦੀਆਂ ਨਾਲ ਵੀ ਸਾਡਾ ਤਾਲਮੇਲ ਦਾ ਰਿਹਾ ਪਹਿਲਾਂ ਵੀ, ਤੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਵੀ ਜਦੋਂ ਕੋਈ ਐਕਸ਼ਨ ਪਲਾਨ ਕਰਦੀਆਂ ਨੇ ਉਹਨਾਂ ਨਾਲ ਵੀ ਅਸੀਂ ਤਾਲਮੇਲਮੇ ਐਕਸ਼ਨ ਕਰਦੇ ਰਹੇ ਹਾਂ। ਅੱਗੇ ਵੀ ਅਸੀਂ ਇਕਜੁੱਟਤਾ ਦਿਖਾਉਣ ਦੀ ਖਾਤਰ ਜਿਹੜਾ ਵੀ ਐਕਸ਼ਨ ਪਲਾਨ ਕੋਈ ਹੁੰਦਾ ਹੈ ਉਹਦੇ 'ਤੇ ਉਹਨੂੰ ਵੀ ਕਰ ਦਿੰਦੇ ਹਾਂ ਤੇ ਉਹਦੇ ਨਾਲ ਜੁੜਵਾਂ ਤਾਲਮੇਲ ਵੀ ਕਰਦੇ ਰਹਾਂ। ਤੇ ਜਿੰਨਾ ਚਿਰ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਤੱਕ ਇਹ ਸੰਘਰਸ਼ ਜਾਰੀ ਰਹੂ। ਪੰਧੇਰ ਸਰਵਣ ਸਿੰਘ ਪੰਧੇਰ ਇਹਨਾਂ ਨੇ ਬੋਲਣਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ, ਜਨਰਲ ਸੈਕਟਰੀ। ਹਾਂਜੀ, ਅੱਜ ਅਸੀਂ ਭਾਰਤੀ ਕਿਸਾਨ ਏਕਤਾ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੀ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਜਿਹੜਾ ਇਹ 3 ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲ ਰਿਹਾ ਦੇਸ਼ ਪੱਧਰ ਤੇ, ਪੰਜਾਬ ਪੱਧਰ ਤੇ, ਆਪਾਂ ਸਾਰੇ ਅੰਦੋਲਨਾਂ ਦੇ ਵਿੱਚ ਤਾਲਮੇਲਵਾਂ ਕਰਦੇ ਰਹੇ ਹਾਂ। ਬਹੁਤ ਵਾਰੀ ਅਸੀਂ ਐਕਸ਼ਨ ਲਿਖੇ ਆ, ਉਹਨਾਂ ਦਾ ਸਮਰਥਨ ਆਉਂਦਾ ਰਿਹਾ। ਬਹੁਤ ਵਾਰੀ ਦੂਸਰੇ ਭਰਾਵਾਂ ਨੇ ਸਾਡਿਆਂ ਨੇ ਲਿਖੇ ਆ, ਅਸੀਂ ਉਹਨਾਂ ਦਾ ਸਮਰਥਨ ਕਰਦੇ ਰਹੇ ਹਾਂ। ਤੇ ਕਾਲ ਕਿਹੜਾ ਕਰਦਾ ਇਹ ਮਹੱਤਵ ਨਹੀਂ ਰੱਖਦੇ ਰਹੇ। ਖੇਤੀ ਕਾਨੂੰਨਾਂ ਦੇ ਵਿਰੁੱਧ ਕਿਵੇਂ ਭਾਰਤ ਦੀ ਸਰਕਾਰ 'ਤੇ ਦਬਾਅ ਬਣਾਇਆ ਜਾਵੇ, ਇਹ ਗੱਲਾਂ ਮਹੱਤਵ ਰਹੀਆਂ ਸਾਡੀਆਂ। ਤੇ ਅਸੀਂ ਜਿਹੜਾ ਕੋਈ ਕਾਲ ਆਉਂਦੀ ਰਹੀ ਆ ਉਹਦੇ 'ਚ ਵੱਧ ਚੜ੍ਹ ਕੇ ਆਪਣੀ ਸਮਰੱਥਾ ਮੁਤਾਬਕ ਜ਼ੋਰ ਲਾਉਂਦੇ ਰਹੇ ਹਾਂ। ਅੱਜ ਜਿਵੇਂ ਹੁਣ ਦਿੱਲੀ ਦਾ ਘਿਰਾਓ ਪੂਰੀਆਂ ਦੇਸ਼ ਦੀਆਂ ਜਥੇਬੰਦੀਆਂ ਆਪਦੀਆਂ ਸਮਰੱਥਾ ਮੁਤਾਬਕ ਕਰ ਰਹੀਆਂ ਤੇ ਇਹ ਅੰਦੋਲਨ ਚੱਲ ਰਿਹਾ ਵਾ। ਔਰ ਜਿਵੇਂ ਅੰਦੋਲਨ ਆਪਣੇ ਪਿੱਕ ਤੇ ਜਾ ਰਿਹਾ ਵਾ ਤੇ ਮੋਦੀ ਸਰਕਾਰ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ ਹਮਲਾਵਰ ਹੁੰਦੀ ਆ। ਹੁਣ ਵੀ ਮੇਰੇ ਖਿਆਲ ਭਾਰਤ ਸਰਕਾਰ ਦੇ ਸਾਰੇ ਮੰਤਰੀਆਂ ਦਾ, ਉਹਨਾਂ ਦੀ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਇਸ ਵੇਲੇ ਕਿਸਾਨ ਅੰਦੋਲਨ ਦੇ ਖਿਲਾਫ ਪ੍ਰਚਾਰ ਤੇ ਇਹ ਸਾਨੂੰ ਲੱਗਦਾ ਹੈ ਘੋਲ ਲਮਕੂਗਾ ਤੇ ਲੰਬਾ ਚੱਲੂਗਾ। ਸ਼ਾਇਦ ਸਰਕਾਰ ਨੂੰ ਲੱਗਦਾ ਵੀ ਘੋਲ ਲੰਬਾ ਚੱਲੇ, ਲਮਕੇ ਤਾਂ ਉਹ ਕੁਝ ਸ਼ਰਾਰਤੀ ਅਨਸਰ ਘੋਲ 'ਚ ਵਾੜ ਕੇ ਜਾਂ ਕੋਈ ਅਜਿਹੀ ਘਟਨਾ ਆਪਣੇ ਵੱਲੋਂ ਕਰਵਾ ਕੇ ਇਸ ਘੋਲ ਨੂੰ ਬਦਨਾਮ ਕਰਕੇ ਸ਼ਾਇਦ ਉਹ ਸਫਲ ਹੋ ਜਾਣਗੇ। ਇਹ ਸੰਭਵ ਨਹੀਂ ਹੈਗਾ। ਇੱਕ ਬੰਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਵੀ ਸਾਡੇ ਦਰਵਾਜ਼ੇ ਖੁੱਲ੍ਹੇ ਆ ਗੱਲਬਾਤ ਦੇ, ਅਸੀਂ ਕਿਸਾਨਾਂ ਵਾਸਤੇ ਟਾਈਮ ਕੱਢਣ ਨੂੰ ਤਿਆਰ ਹਾਂ। ਅਜੇ ਤੱਕ ਸਵੈਮ ਪ੍ਰਧਾਨ ਮੰਤਰੀ ਜੀ ਨੇ ਕਦੇ ਵੀ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦ ਕੇ ਮੀਟਿੰਗ ਨਹੀਂ ਲਈ। ਅਜਿਹੇ ਵਿੱਚ ਜਦੋਂ ਭਾਰਤ ਸਰਕਾਰ ਦੇ ਮੰਤਰੀ ਜਾਂ ਪ੍ਰਧਾਨ ਮੰਤਰੀ ਜੀ ਇਹ ਕਹਿਣ ਵੀ ਖੇਤੀ ਦੇ 3 ਕਾਨੂੰਨ ਤਾਂ ਵਾਪਸ ਨਹੀਂ ਲਏ ਜਾ ਸਕਦੇ, ਤੇ ਜਦੋਂ ਉਹ ਕਹੇ ਗੱਲ ਕਹਿੰਦੇ ਆ ਵੀ ਅਸੀਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹਾਂ, ਤੇ ਜਦੋਂ ਉਹਨਾਂ ਦੀ ਇਹ ਟਿੱਪਣੀ ਆ ਜਾਂਦੀ ਵੀ ਖੇਤੀ ਕਾਨੂੰਨ ਵਾਪਸ ਨਹੀਂ ਲੈਣੇ ਤੇ ਗੱਲਬਾਤ ਦੇ ਦਰਵਾਜ਼ੇ ਵੀ ਉਹ ਖੁਦ ਬੰਦ ਕਰ ਦਿੰਦੇ ਨੇ। ਤੇ ਗੱਲਬਾਤ ਤੋਂ ਪਹਿਲਾਂ ਗੱਲਬਾਤ ਦਾ ਸਾਰਥਕ ਮਾਹੌਲ ਹੋਣਾ ਬਹੁਤ ਜ਼ਰੂਰੀ ਹੁੰਦਾ। ਸੋ ਅਸੀਂ
ਤੋਂ ਇਹੀ ਆਸ ਰੱਖਾਂਗੇ ਪ੍ਰਧਾਨ ਮੰਤਰੀ ਜੀ ਖੁੱਲ੍ਹੇ ਦਿਲ ਨਾਲ ਅੱਗੇ ਆਉਣ ਤੇ ਉਹ ਕਿਸਾਨਾਂ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਖੇਤੀ ਦੇ 3 ਕਾਨੂੰਨ ਵਾਪਸ ਲੈਣ ਤਾਂ ਜੋ ਇਹ ਜਿਹੜਾ ਸਾਰਾ ਇਸ ਵੇਲੇ ਖੜਾ ਕ੍ਰਾਈਸਿਸ ਆ ਉਹ ਖਤਮ ਹੋ ਸਕੇ। ਧੰਨਵਾਦ। ਅੱਛਾ, ਕੋਈ ਸਵਾਲ? ਉਦਾਹਰਨ ਸਾਹਿਬ, ਜਿਹੜੀਆਂ ਅੱਜ ਦੀਆਂ ਟਿੱਪਣੀਆਂ ਨੇ ਸੁਪਰੀਮ ਕੋਰਟ ਦੀਆਂ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੂੰ ਲੈ ਕੇ ਕੀ ਪਲਾਨ ਹੈ ਅੱਗੇ? ਜਿਵੇਂ ਉਹ ਅੱਜ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਸੈਂਟਰ ਪੋਸੀਬਿਲਿਟੀ ਲੱਭੇ, ਇਸ ਗੱਲ ਦੀ ਸੰਭਾਵਨਾ ਲੱਭੇ ਕਿ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਇੱਕ ਵਾਰੀ ਹੋਲਡ ਤੇ ਪਾਤਾ ਜਾਵੇ। ਜੇ ਇਸ ਤਰ੍ਹਾਂ ਦੀ ਕੋਈ ਤੁਹਾਡੇ ਤੱਕ ਅਪਰੋਚ ਕਰਦੀ ਹੈ ਸੈਂਟਰ ਗਵਰਨਮੈਂਟ ਕਿ ਅਸੀਂ ਇਹਨੂੰ ਹੋਲਡ ਤੇ ਪਾ ਦਿੰਦੇ ਹਾਂ, ਤਾਂ ਫਿਰ ਤੁਸੀਂ ਸੰਘਰਸ਼ ਰੋਕ ਦੋਗੇ ਜਾਂ ਵਾਪਸ ਜਾਣ ਤੱਕ ਹੀ ਜਾਵੇ? ਦੇਖੋ, ਜਿਹੜੀ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਅੱਜ ਜਾਂ ਪਹਿਲਾਂ ਵੀ ਆਈ ਸੀ, ਯਾਨੀ ਕੱਲ੍ਹ ਵੀ ਆਈ ਸੀ ਵੀ ਇੱਕ ਕਮੇਟੀ ਬਣਾ ਦਈਏ, ਬਣਾ ਕੇ ਉਹਦੀ ਸਰਕਾਰ ਉਹਦਾ ਕੋਈ ਹੱਲ ਕੱਢੇ। ਇਹ ਪ੍ਰਪੋਜ਼ਲ ਆਲਰੇਡੀ ਸਰਕਾਰ ਵੱਲੋਂ ਵੀ ਆਈ ਸੀ। ਉਹਨਾਂ ਨੇ ਵੀ ਕਿਹਾ ਸੀ ਵੀ ਇੱਕ ਛੋਟੀ ਕਮੇਟੀ ਬਣਾ ਲਈਏ ਤੇ ਛੋਟੀ ਕਮੇਟੀ ਬਣਾ ਕੇ ਇਸ ਮਸਲੇ ਦਾ ਹੱਲ ਕੱਢ ਲੇ। ਇਹ 'ਤੇ ਕਾਫੀ ਲੰਮਾ ਸਮਾਂ ਚਰਚਾ ਹੋਈ ਹੈ। 3 ਤਰੀਕ ਵਾਲੇ ਦਿਨ ਵੀ ਹੋਈ ਹੈ, 1 ਤਰੀਕ ਵਾਲੇ ਦਿਨ। ਯਾਨੀ ਇਹ ਦੋਨੇ ਮੀਟਿੰਗਾਂ ਦੇ ਵਿੱਚ ਇਹਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਹੀ ਜਥੇਬੰਦੀਆਂ ਨੇ ਰੱਦ ਕਰਤਾ ਕਿ ਜਿਹੜੀ ਛੋਟੀ ਕਮੇਟੀ ਹੈ ਉਹਦੇ ਵਿੱਚ ਨਹੀਂ ਫੈਸਲਾ ਹੋ ਸਕਦਾ, ਕਿਉਂਕਿ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਵਿਚਾਰ ਨੇ। ਸਾਰੀਆਂ ਜਥੇਬੰਦੀਆਂ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ, ਕਿਹੜੇ ਮਸਲੇ 'ਤੇ ਕੌਣ ਕੀ ਸੋਚਦਾ ਹੈ। ਇਸ ਕਰਕੇ ਜਿਹੜੀ ਛੋਟੀ ਕਮੇਟੀ ਹੈ ਉਹ ਪੋਸੀਬਲ ਨਹੀਂ ਹੋਣੀ ਵੀ ਕੋਈ ਫੈਸਲਾ ਲੈਣ ਦੀ ਸਮਰੱਥਾ ਰੱਖਦੀ ਹੋਵੇ। ਇਸ ਕਰਕੇ ਇਹ ਜਿਹੜੀ ਪ੍ਰਪੋਜ਼ਲ ਹੈ ਇਹ ਸਰਕਾਰ ਦੀ ਤੇ ਜਥੇਬੰਦੀਆਂ ਵਿਚਾਲੇ ਤਾਂ ਪਹਿਲਾਂ ਹੀ ਟੁੱਟ ਚੁੱਕੀ ਆ। ਛੋਟੀ ਕਮੇਟੀ ਜਿਹੜੀ ਛੋਟੀ ਕਮੇਟੀ ਦੀ ਪ੍ਰਪੋਜ਼ਲ ਹੈ, ਜਿਹੜੀ ਦੂਜੀ ਗੱਲ ਹੁਣ ਨਵੀਂ ਅੱਜ ਆਈ ਆ ਸਟੇ ਲਾਉਣ, ਸਟੇ ਲਾਉਣ, ਇਹ ਗੱਲ ਅਜੇ ਸਾਡੇ ਤੱਕ ਪਹੁੰਚੀ ਨਹੀਂ। ਅਸੀਂ ਇਹਦੇ ਬਾਰੇ ਕੁਝ ਪੜ੍ਹਿਆ ਨਹੀਂ, ਅਸੀਂ ਕੁਝ ਜਾਣਕਾਰੀ ਵੀ ਨਹੀਂ ਲਈ, ਆਪਸ ਵਿੱਚ ਵੀ ਨਹੀਂ ਜਾਣੀ ਇਹ 'ਤੇ ਡਿਸਕਸ਼ਨ ਹੋਈ ਸਾਡੀ, ਕਿਉਂਕਿ ਨਵੀਂ ਆਈ ਹੈ ਗੱਲ ਇਹ। ਜਦੋਂ ਇਹਦੇ ਬਾਰੇ ਜਾਣਕਾਰੀ ਹੋ ਅਸੀਂ ਆਪਸ ਵਿੱਚ ਇਹਨਾਂ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਵੀ ਸਾਂਝੀ ਕਰਾਂਗੇ, ਦੂਜੀਆਂ ਜਥੇਬੰਦੀਆਂ ਇਹਦੇ ਬਾਰੇ ਕੀ ਸੋਚਦੀਆਂ ਨੇ ਅਸੀਂ ਉਹਨਾਂ ਨਾਲ ਵੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਜੋ ਸਾਡਾ ਸਾਂਝਾ ਬਣ ਜੂਗਾ ਅਜੇ ਨਾਲੇ ਉਹ ਪ੍ਰਪੋਜ਼ਲ ਬਾਰੇ ਪੂਰੀ ਜਾਣਕਾਰੀ ਮਿਲ ਜੂ ਸਾਨੂੰ ਵੀ ਕੀ ਜਾਣਕਾਰੀ ਹੈ, ਉਹ ਤੋਂ ਬਾਅਦ ਸੋਚਿਆ। ਜੇ ਮਤਲਬ ਤੁਹਾਡੀ ਜਥੇਬੰਦੀ ਹੁਣ ਤੱਕ ਤਾਲਮੇਲ ਮੇ ਐਕਸ਼ਨ ਦੇ ਵਿੱਚ ਹੀ ਰਹੀ ਹੈ। ਚਲੋ ਮੈਂ ਭੰਦੇਰ ਸਾਹਿਬ ਤੋਂ ਇਹ ਸਵਾਲ ਲੈ ਲੈਣਾ। ਭੰਦੇਰ ਸਾਹਿਬ, ਜੇ ਇਸ ਤਰ੍ਹਾਂ ਦਾ ਪ੍ਰਪੋਜ਼ਲ ਹੈ ਜਿਹੜਾ ਸਟੇ ਵਾਲਾ, ਜੇ ਤੁਹਾਡੀ ਜਥੇਬੰਦੀ ਪਾਰਟੀਕੂਲਰ ਕੀ ਰੁਖ ਹੋਊਗਾ ਉਹਦਾ ਫਿਰ ਇਹਦੇ ਤੇ, ਜੇ ਸਟੇ ਲਾਉਂਦੇ ਆ ਹੋਏ ਤੇ ਕੁਝ ਦੇ? ਅਸਲ ਵਿੱਚ ਇਹ ਆ ਵੀ ਜਦੋਂ ਕੋਈ ਮਤਲਬ ਲਿਖਤੀ ਉਹਦਾ ਕੁਝ ਆ ਜਾਊਗਾ, ਮੈਨੂੰ ਲੱਗਦਾ ਉਹਨਾਂ ਹਾਲਤਾਂ ਵਿੱਚ ਫਿਰ ਇਹਦੇ 'ਤੇ ਕੁਝ ਬੋਲਣਾ ਸਹੀ ਰਹੂਗਾ। ਹਾਲੇ ਮੇਰੇ ਖਿਆਲ ਸਹੀ ਨਹੀਂ ਰਹੂਗਾ ਆਪਾਂ ਇਹਦੇ 'ਤੇ ਕੁਝ ਇਸ ਵੇਲੇ ਕੁਝ ਗੱਲ ਕਹਿੰਦੇ ਆ ਤੇ ਅਜੇ, ਕਿਉਂਕਿ ਪੂਰਾ ਨਹੀਂ ਪਤਾ ਵੀ ਕੀ ਅਸਲ ਕਿਹਾ ਕੀ ਜਾ ਰਿਹਾ, ਤੁਹਾਡੇ ਥਰੂ ਹੀ ਪਤਾ ਲੱਗ ਰਿਹਾ ਇਹ ਗੱਲਾਂ ਦਾ। ਤਾਂ ਜਦੋਂ ਗੱਲ ਸਾਹਮਣੇ ਆਊਗੀ ਫਿਰ ਹੋਣਾ ਤਾਂ ਚਾਹੀਦਾ ਸਾਰੇ ਸਾਂਝੇ ਕੰਸੈਂਸਸ ਬਣਾਈਏ। ਵਿਅਕਤੀਗਤ ਹੀ ਕੋਈ ਜਥੇਬੰਦੀ ਯਤਨ ਇਹ ਰਹੇਗਾ ਕਿ ਨਾ ਕੋਈ ਕੀਤਾ ਜਾਵੇ ਤੇ ਸੰਭਾਵਨਾ ਸਾਰੀਆਂ ਚੀਜ਼ਾਂ ਤੇ ਵੀ ਸਾਰੇ ਸਾਂਝਾ ਹੀ ਕੋਈ ਇਹਦੇ 'ਤੇ ਕੋਈ ਨਾ ਕੋਈ ਰੁੱਖ ਤਿਆਰ ਕੀਤਾ ਜਾਵੇ। ਪਰ ਜੇ ਇਸ ਤਰ੍ਹਾਂ ਦਾ ਕੋਈ ਪ੍ਰਪੋਜ਼ਲ ਆਉਂਦਾ ਹੈ ਜੀ, ਕਿਉਂਕਿ ਹੁਣ ਅਸੀਂ ਬਾਹਰ ਦੇਖ ਰਹੇ ਹਾਂ ਬੜੇ ਜਿਟਵੀ ਸਾਹਿਬ ਬੜੀ ਵੱਡੀ ਉਮਰ ਦੇ ਬਜ਼ੁਰਗ ਨੇ, ਬੀਬੀਆਂ ਨੇ, ਹੈ ਨਾ, ਆਉਣ ਵਾਲੇ ਦਿਨਾਂ 'ਚ ਠੰਡ ਬਹੁਤ ਵੱਧ ਜਾਣੀ ਹੈ ਤੇ ਜੇ ਇਸ ਤਰ੍ਹਾਂ ਦਾ ਕੋਈ ਸਟੇ ਵਾਲਾ ਪ੍ਰਪੋਜ਼ਲ ਆਉਂਦਾ ਹੈ ਤਾਂ ਉਹਦੇ 'ਤੇ ਤੁਸੀਂ ਪੋਜ਼ਿਟਿਵ ਰਿਸਪੌਂਸ ਦਿਓਗੇ? ਦੇਖੋ, ਜਿਹੜਾ ਜਦੋਂ ਕੋਰਟ ਦਾ ਕੱਲ੍ਹ ਸੀਗਾ ਉਹਨਾਂ ਨੇ ਸੁਝਾਅ ਭੇਜਿਆ ਵੀ ਛੋਟੀ ਕਮੇਟੀ ਦਾ ਸੁਝਾਅ ਹੈ ਜੀ। ਅੱਜ ਉਹਨਾਂ ਨੇ ਤਿੰਨਾਂ ਨੂੰ ਸੱਦਿਆ, ਪੰਜਾਬ ਸਰਕਾਰ ਨੂੰ ਸੱਦਿਆ, ਹਰਿਆਣਾ ਸਰਕਾਰ ਨੂੰ ਸੱਦਿਆ, ਸੈਂਟਰ ਨੂੰ ਸੱਦਿਆ। ਉੱਥੇ ਉਹ ਬਹਿਸਬਾੜੀ ਹੋ ਕੇ ਕਿਹੜੀ ਸੈਂਸ ਦੇ ਵਿੱਚ ਕੋਰਟ ਨੇ ਕੋਈ ਫੈਸਲਾ ਕੀਤਾ ਹੈ ਉਹਦਾ ਜਿਹੜਾ ਵੀ ਫੈਸਲਾ ਹੈ, ਕਿਉਂਕਿ ਨੈੱਟ 'ਤੇ ਚੜ੍ਹਨਾ ਹੈ, ਉਹਨਾਂ ਨੂੰ ਅਸੀਂ ਵਿਚਾਰਾਂਗੇ, ਜਥੇਬੰਦੀ ਦੇ ਤੌਰ 'ਤੇ ਵੀ ਵਿਚਾਰਾਂਗੇ, ਦੂਜੀਆਂ ਜਥੇਬੰਦੀਆਂ ਨਾਲ ਵੀ ਸਾਂਝਾ ਕਰਾਂਗੇ। ਉਸ ਤੋਂ ਬਾਅਦ ਕੋਈ ਉਹਦੇ ਬਾਰੇ ਕੋਈ ਫਾਈਨਲ ਗੱਲ ਕਹਿ ਸਕਾਂਗੇ ਅਸੀਂ। ਠੀਕ ਹੈ, ਹੁਣ ਕਹਿਣਾ ਸਮੇਂ ਤੋਂ ਪਹਿਲਾਂ ਗੱਲ ਹੈ। ਠੀਕ ਹੈ। ਅੱਛਾ ਉਗਰਾਹਾਂ ਸਾਹਿਬ, ਇੱਕ ਉਹਦੀ ਜਿਹੜਾ ਸੰਵਿਧਾਨਕ ਇਹਦੀ ਵੈਲਿਡਿਟੀ ਹੈ, ਵੈਲੀਡੇਸ਼ਨ ਹੈ ਇਹਦੀ ਕਾਨੂੰਨਾਂ ਦੀ, ਰਾਜੇਵਾਲ ਸਾਹਿਬ ਹੁਣ ਤੱਕ ਇਹੀ ਕਹਿੰਦੇ ਰਹੇ ਹੈ ਕਿ ਇਹ ਕਾਨੂੰਨ ਸੰਵਿਧਾਨਕ ਤੌਰ ਤੇ ਸਹੀ ਨਹੀਂ ਹੈਗੇ, ਕਿਉਂਕਿ ਆਰਟੀਕਲ ਉਹਦੀ ਜਿਹੜੀ ਖੇਤੀ ਕਾਨੂੰਨਾਂ ਵਾਲਾ ਕੰਡੀਸ਼ਨ 13 ਕੀ ਉਹਦੇ ਮੁਤਾਬਕ ਇਹ ਬਿਲਕੁਲ ਸਟੇਟ ਦਾ ਮਸਲਾ ਸੀਗਾ, ਸੈਂਟਰ ਨੂੰ ਕੋਈ ਹੱਕ ਨਹੀਂਗਾ ਕਿ ਸਟੇਟ ਦੇ ਮਸਲੇ ਤੇ ਉਹ ਕਾਨੂੰਨ ਬਣਾ ਦੇ। ਪਰ ਸੁਪਰੀਮ ਕੋਰਟ ਨੇ ਉਸ ਮਸਲੇ ਤੇ ਅੱਜ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਤਾ ਵੀ ਅਸੀਂ ਉਹਦੇ ਤੇ ਕੁਝ ਨਹੀਂ ਬੋਲਣਾ। ਤਾਂ ਕੀ ਜੇ ਸੰਵਿਧਾਨ ਤੇ ਇਹ ਤੁਸੀਂ ਮੰਨਦੇ ਹੋ ਜਾਂ ਕਹਿੰਦੇ ਹੋ ਕਿ ਸੰਵਿਧਾਨ ਤੇ ਹਮਲਾ ਹੈ, ਤਾਂ ਫਿਰ ਸੁਪਰੀਮ ਕੋਰਟ ਤਾਂ ਸੰਵਿਧਾਨ ਦੀ ਰੱਖਿਆ ਕਰਨਾ,
ਫਿਰ ਉਹਨੂੰ ਬੋਲਣਾ ਚਾਹੀਦਾ ਹੈ ਜਾਂ ਕੀ ਕਾਰਨ ਹੈ, ਜਾਂ ਤੁਹਾਡੇ ਉਧਰੋਂ ਪੇਸ਼ ਕਰਨ ਦੇ ਵਿੱਚ ਕੋਈ ਕਮੀ ਹੈ? ਦੇਖੋ ਉੱਥੇ ਕੋਈ ਜਥੇਬੰਦੀ ਦੀ ਪਾਰਟੀ ਵਜੋਂ ਕੋਈ ਵਕੀਲ ਬਹਿਸ ਕਰਨ ਗਿਆ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਮਸਲਾ ਹੋਵੇ ਫਿਰ ਤਾਂ ਉਸ ਤੇ ਚਰਚਾ ਹੁੰਦੀ ਹੈ। ਅੱਜ ਤਾਂ ਸਟੇਟ ਗਵਰਨਮੈਂਟ, ਹਰਿਆਣਾ ਗਵਰਨਮੈਂਟ ਤੇ ਕੇਂਦਰ ਗਵਰਨਮੈਂਟ ਤੇ ਸਵਾਲ ਸੀ। ਵੈਸੇ ਤਾਂ ਇਹ ਜਿਹੜਾ ਖੇਤੀਬਾੜੀ ਮੰਤਰੀ ਦੀ ਮੀਟਿੰਗ ਦੇ ਵਿੱਚ ਇਹ ਤੇ ਬਹੁਤ ਬਹਿਸ ਹੋਈ ਹੈ ਕਿ ਜਿਹੜਾ ਇਹ ਕਾਨੂੰਨ ਬਣਾਉਣ ਦਾ ਜਿਹੜਾ ਐਗਰੀਕਲਚਰ ਹੈ ਇਹ ਸਟੇਟ ਸਬਜੈਕਟ ਹੈ। ਜਿਹੜੀ ਖੇਤੀਬਾੜੀ ਹੈ ਇਹ ਟ੍ਰੇਡ ਨਹੀਂ, ਇਹ ਖੇਤੀ ਹੈ। ਇਸ ਕਰਕੇ ਟ੍ਰੇਡ ਉਹ ਹੁੰਦਾ ਹੈ ਜਿਹੜੀ ਚੀਜ਼ ਇੱਧਰੋਂ ਲਈ ਕਿਸੇ ਤੋਂ ਤੇ ਕਿਸੇ ਨੂੰ ਗਾਂਹ ਦੇਤੀ। ਇਹ ਨਹੀਂ, ਇਹ ਐਗਰੀਕਲਚਰ ਮਾਰਕੀਟ ਨਾਲ ਜੁੜੀ ਹੋਈ ਹੈ। ਐਗਰੀਕਲਚਰ ਦੀ ਜਿਹੜੀ ਉਪਜ ਹੈ ਉਹ ਤਾਂ ਪੈਦਾ ਕਰਕੇ ਸਿੱਧਾ ਮਾਰਕੀਟ 'ਚ ਆਉਂਦਾ, ਇਹ ਟ੍ਰੇਡ ਨਹੀਂ ਬਣਦਾ। ਇਸ ਕਰਕੇ ਲੀਗਲੀ ਇਹ ਸੈਂਟਰ ਦੇ ਘੇਰੇ ਤੋਂ ਬਾਹਰ ਦੀ ਗੱਲ ਹੈ, ਅਨਲੀਗਲੀ ਹੈ, ਅਨਕਾਨੂੰਨੀ ਹੈ, ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ। ਇਹ ਜਿਹੜੀ ਗੱਲ ਹੈ ਇਹ ਜਦੋਂ ਅਸੀਂ ਕੋਰਟ ਦੇ ਵਿੱਚ ਲੀਗਲੀ ਤੌਰ ਤੇ ਆਪਦਾ ਕੇਸ ਪ੍ਰੋਜੈਕਟ ਕਰਾਂਗੇ ਇਹ ਤਾਂ ਉਸ ਵੇਲੇ ਦਾ ਮਸਲਾ ਹੈ। ਅੱਜ ਤਾਂ ਸਾਡਾ ਜਮਹੂਰੀ ਅਧਿਕਾਰ ਹੈ ਸਰਕਾਰ ਨੂੰ ਇਹ ਗੱਲ ਦੱਸਣ ਦਾ ਵੀ ਜੋ ਤੁਸੀਂ ਕਰਨ ਜਾ ਰਹੇ ਹੋ ਇਹ ਤਾਂ ਗੈਰ ਕਾਨੂੰਨੀ, ਇਹ ਤਾਂ ਵੈਸੇ ਲੋਕਾਂ ਦੀ ਫਿੱਟ ਨਹੀਂ ਹੈ। ਇਹ ਤਾਂ ਇਸ ਧੰਦੇ ਨੂੰ ਤਬਾਹ ਕਰ ਦੂਗਾ। ਕਿਉਂਕਿ ਜਦੋਂ ਖੁੱਲ੍ਹੀ ਮੰਡੀ ਆਊਗੀ, ਸਰਕਾਰੀ ਮੰਡੀ ਨੂੰ ਤਾਂ ਉਹਨੇ ਪ੍ਰਾਈਵੇਟ ਮੰਡੀ ਨੇ ਫੇਲ ਕਰਨਾ ਹੈ। ਸਰਕਾਰੀ ਅਦਾਰੇ ਦਾ ਤੇ ਪ੍ਰਾਈਵੇਟ ਅਦਾਰੇ ਦਾ ਜਦੋਂ ਕੰਪੀਟੀਸ਼ਨ ਹੁੰਦਾ ਹੈ ਉਹ ਕੰਪੀਟੀਸ਼ਨ ਵਾਸਤੇ ਦੇ ਵਿੱਚ ਥੋੜ੍ਹਾ ਸਮਾਂ ਕੁਛ ਪ੍ਰਾਈਵੇਟ ਅਦਾਰਾ ਉਹਨੂੰ ਫੇਲ ਕਰਨ ਦੀ ਖਾਤਰ ਕੁਛ ਅਰਜ਼ਾ ਵੀ ਝੱਲ ਸਕਦਾ ਹੈ ਲੋਕਾਂ ਨੂੰ ਵੱਧ ਰੇਟ ਦੇ ਪੈਸੇ ਦੇ ਕੇ। ਜਦੋਂ ਤੱਕ ਉਹ ਫੇਲ ਨਹੀਂ ਹੁੰਦਾ ਉਦੋਂ ਤੱਕ ਉਹ ਇੰਨੀਆਂ ਸਹੂਲਤਾਂ ਦੇ ਸਕਦਾ। ਪਰ ਜਦੋਂ ਉਹ ਫੇਲ ਹੋ ਗਿਆ ਤਾਂ ਫਿਰ ਮਰਜ਼ੀ ਕਰੂਗਾ। ਉਹ ਜਿਹੜੀ ਅੱਜ 1800 ਨੂੰ ਵਿਕਦੀ ਹੈ ਚੀਜ਼ ਉਹ 900 ਨੂੰ ਵਿਕਣੀ ਹੈ। ਇਸ ਕਰਕੇ ਜਿਹੜੀ ਉਹ ਸਰਕਾਰ ਕਹਿੰਦੀ ਹੈ ਵੀ ਤੁਹਾਡੀਆਂ ਜ਼ਮੀਨਾਂ ਨਹੀਂ ਖੁੱਸਣੀਆਂ, ਇਹਦਾ ਚੱਲ ਪਿਆ ਪ੍ਰੋਸੈਸ। ਜਦੋਂ ਇਨਪੁਟ ਵੱਧਦੀ ਗਈ, ਆਊਟਪੁੱਟ ਦੇ ਵਿੱਚ ਨਾ ਆਇਆ, ਪੈਸਾ ਨਾ ਆਇਆ ਤਾਂ ਗੁਜ਼ਾਰਾ ਨਹੀਂ ਚੱਲਣਾ। ਖੇਤੀ 'ਚੋਂ ਸਾਡਾ ਗੁਜ਼ਾਰਾ ਹੁੰਦਾ। ਕਰਜ਼ਾ ਵਧੂਗਾ, ਜਦੋਂ ਕਰਜ਼ਾ ਵਧੂਗਾ ਲੋੜਾਂ ਨਹੀਂ ਪੂਰੀਆਂ ਹੋਣੀਆਂ, ਫਿਰ ਜ਼ਮੀਨ ਵੇਚਣੀ ਪੈਣੀ ਹੈ। ਇਸ ਕਰਕੇ ਜ਼ਮੀਨਾਂ ਇਹ ਨਹੀਂ ਵੀ ਕੱਲ੍ਹ ਨੂੰ ਚਲੀਆਂ ਜਾਣਗੀਆਂ। ਲੰਮੇ ਦਾ ਤੋਂ ਇਹ ਜ਼ਮੀਨਾਂ ਫਿਰ ਖਰੀਦਣੀਆਂ ਕਿਹਨਾਂ ਨੇ? ਵੱਡੇ ਪੈਸੇ ਵਾਲੇ ਨੇ। ਵੱਡੇ ਪੈਸੇ ਵਾਲੇ ਵੱਡੀਆਂ ਕੰਪਨੀਆਂ ਬੈਠੀਆਂ ਨੇ, ਉਹ ਕਾਰਪੋਰੇਟ ਘਰਾਣਾ ਇਸ ਤਰ੍ਹਾਂ ਖੇਤੀ ਧੰਦਾ ਤਬਾਹ ਕਰਨ ਦੇ ਪਾਸੇ ਤੁਰਿਆ ਹੋਇਆ। ਅਸੀਂ ਬਹੁਤ ਬਹਿਸ ਕਰਕੇ ਇਸ ਗੱਲ ਜਚਾਈ ਹੈ। ਇਹ ਸਾਡਾ ਜਮਹੂਰੀ ਹੱਕ ਹੈ। ਇੱਕ ਜਮਹੂਰੀ ਸਰਕਾਰ ਦੇ ਕੋਲੇ ਆਪਣੀ ਗੱਲ ਪੁੱਟ ਕਰਨਾ, ਉਹਨੂੰ ਗੱਲ ਜਚਾਉਣ ਦੇ ਵਿੱਚ ਅਸੀਂ ਲਾਜਵਾਬ ਕਰਿਆ ਸਰਕਾਰ ਨੂੰ, ਫਿਰ ਹੀ ਸਰਕਾਰ ਅਮੈਂਡਮੈਂਟ ਤੇ ਆਈ ਹੈ ਨਾ। ਇਸ ਕਰਕੇ ਸਾਡੀ ਇਸ ਤੇ ਪੂਰੀ ਬਹਿਸ ਹੋਈ ਹੈ, ਅਸੀਂ ਪੂਰੀ ਚਰਚਾ ਚਲਾਈ ਹੈ। ਕਾਨੂੰਨ ਵਾਪਸ ਕੀਤੇ ਤੋਂ ਬਗੈਰ ਇਹਦਾ ਕੋਈ ਸਰਕਾਰ ਕਹਿੰਦੀ ਕਿ ਮਤਲਬ ਜਿਵੇਂ ਜਥੇਬੰਦੀਆਂ ਦਾ ਰੁਖ ਹੈ ਕਿ ਯੈਸ ਔਰ ਨੋ ਤੇ ਉਹ ਅੜ ਗਏ ਹੈ, ਮਤਲਬ ਇਦਾਂ ਨਹੀਂ ਗੱਲਬਾਤ ਹੁੰਦੀ। ਅਸੀਂ ਕੁਝ ਉਹਨਾਂ ਦੀਆਂ ਮੰਨਣ ਨੂੰ ਤਿਆਰ ਹਾਂ, ਕੁਝ ਸਾਡੀਆਂ ਉਹ ਮੰਨ ਲੈਣ, ਫਿਰ ਇਹਦਾ ਰਾਹ ਨਿਕਲ ਸਕਦਾ। ਜਾਂ ਉਹੀ ਰਾਹ ਹੈ ਤੁਹਾਡੇ ਮੁਤਾਬਕ ਕੁਲਦੀਪ ਸਾਹਿਬ, ਉਹੀ ਰਾਹ ਹੈ ਵੀ ਯੈਸ ਔਰ ਨੋ ਬਸ? ਦੇਖੋ, ਮੈਨੂੰ ਨਹੀਂ ਲੱਗਦਾ ਸਾਰੇ ਜਿਹੜੇ ਕਿਸਾਨ ਲੀਡਰਸ ਨੇ ਉਹਨਾਂ ਨੇ ਉਮਰਾਂ ਲਾਈਆਂ ਲਹਿਰ 'ਚ। ਜੇ ਸੰਭਵ ਹੁੰਦਾ ਵੀ ਕਾਨੂੰਨਾਂ 'ਚ ਸੋਧ ਕਰਕੇ ਕੋਈ ਗੁੰਜਾਇਸ਼ ਹੁੰਦੀ ਤਾਂ ਉਹ ਰਾਹ ਵੀ ਕੱਢਦੇ। ਜੇ ਗੁੰਜਾਇਸ਼ ਨਹੀਂ ਹੈਗੀ ਦਲੀਲੀ ਤੌਰ 'ਤੇ ਵੀ ਉਹ ਕੀ ਆ, ਮਤਲਬ ਉਹ ਤਾਂ ਉਹ ਖੁਦ ਵੀ ਨਹੀਂ ਜਵਾਬ ਦਿੰਦੇ। ਉਹ ਕਹਿੰਦੇ ਅਸੀਂ ਜੀ ਖੋਲ ਹੀ ਰੱਖਣਾ ਚਾਹੁੰਦੇ ਹਾਂ। ਤਾਂ ਕਿਉਂ ਰੱਖਣਾ ਚਾਹੁੰਦੇ ਆ? ਇਹਦੇ ਪਿੱਛੇ ਵੀ ਤਾਂ ਅਵਲ ਖੋਲ ਰਹਿਣਾ ਨਹੀਂ। ਕਿਉਂ ਰੱਖਣਾ ਚਾਹੁੰਦੇ? ਉਹੀ ਤਾਂ ਇਹ ਤਾਂ ਉਹ ਦੱਸਦੇ ਨਹੀਂ ਹੁੰਦੇ ਜੀ। ਅੱਛਾ। ਤੇ ਦੂਜਾ ਖੋਲ ਰੱਖਣਾ ਵੀ ਚਾਹੁੰਦੇ। ਪਹਿਲੀ ਗੱਲ ਖੋਲ ਰਹਿ ਹੀ ਨਹੀਂ ਰਿਹਾ, ਬਹੁਤ ਕੁਝ ਰਹਿ ਵੀ ਰਿਹਾ। ਠੀਕ ਹੈ ਜੀ। ਹੁਣ ਇਹ ਦੋ ਤਰ੍ਹਾਂ ਦਾ ਆਪਸੀ ਮੁਕਾਬਲਾ ਵੀ ਆਪਦੀ ਚੀਜ਼ ਨੂੰ ਉਹ ਚੰਗਾ ਕਹਿ ਕੇ ਪੁਕਾਰ ਰਹੇ ਨੇ ਤੇ ਪੂਰਾ ਦੇਸ਼ ਦਾ ਆਮ ਕਿਸਾਨ ਇਹਨੂੰ ਖੇਤੀ ਸੈਕਟਰ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਗੱਲ ਕਹਿ ਰਿਹਾ। ਤੇ ਇਹ ਇੱਥੇ ਨਹੀਂ ਹੈ ਸਵਾਲ। ਤਾਂ ਇਹ ਅਮਰੀਕਾ 'ਚ 7 ਦਹਾਕੇ ਪਹਿਲੋਂ ਫੇਲ ਹੋ ਚੁੱਕਿਆ ਸਿਸਟਮ ਆ। ਤਾਂ ਅਸੀਂ ਤਾਂ ਉਹਨਾਂ ਨੂੰ ਸਵਾਲ ਕਰਦੇ ਵੀ ਅਮਰੀਕਾ 'ਚ ਤਾਂ ਇਹ ਲਾਗੂ ਆ, 2000 ਕਿੱਲੇ ਵਾਲੇ ਫਾਰਮ ਆ, ਤੇ ਤੁਸੀਂ ਦੱਸੋ ਵੀ $450 ਬਿਲੀਅਨ ਦਾ ਉਹਨਾਂ ਸਿਰ ਕਰਜ਼ਾ ਕਿਉਂ? ਉਹ ਤਾਂ $60,000 ਸਾਲਾਨਾ ਸਬਸਿਡੀ ਵੀ ਦਿੰਦੇ ਆ। ਯੂਰਪ 'ਚ ਪ੍ਰਤੀ ਸੈਕਿੰਡ ਹਰ ਕਿਸਾਨ ਛੱਡ ਰਿਹਾ, ਤੇ ਯੂਰਪ ਤੇ ਅਮਰੀਕਾ ਵਾਲਾ ਕਿਸਾਨ 2% ਤੋਂ ਵਧਿਆ ਕਿਉਂ ਨਾ? ਉਹ ਤਾਂ ਖੇਤੀ ਘਟ ਰਹੀ ਆ। ਸਾਡੇ ਵਾਲਾ ਕੀ ਕਰੂ ਜਿਹੜਾ ਕਿੱਲੇ ਵਾਲਾ, ਵਿਗੇ ਵਾਲਾ, 2 ਕਿੱਲੇ 5 ਕਿੱਲੇ ਵਾਲਾ? ਤਾਂ ਇਸ ਕਰਕੇ ਕਾਰਪੋਰੇਟ ਵਿੱਚ ਜਦੋਂ ਚੀਜ਼ਾਂ ਆਉਂਦੀਆਂ ਨੇ ਤਾਂ ਉਹ ਕਹਿਣ ਨੂੰ ਇਹ ਕਿਹਾ ਜਾਂਦਾ, ਜਿਵੇਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਇੱਕ, ਵੀ ਜੇ ਕੋਈ ਡੇਅਰੀ ਵਾਲਾ ਤੁਹਾਡੇ ਕੋਲ ਦੁੱਧ ਲੈਂਦਾ, ਕਨੈਕਟ ਕਰਦਾ, ਤੁਹਾਡੀ ਗਾਂ ਮੱਝ ਥੋੜ੍ਹਾ ਲੈ ਜਾਂਦਾ। ਅਸੀਂ ਤਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਦੇ ਹਾਂ ਵੀ ਤੁਸੀਂ ਰੇਲ 'ਚ ਨਿਵੇਸ਼ ਕੀਤਾ, ਭਾਰਤ ਪੈਟਰੋਲੀਅਮ 'ਚ ਨਿਵੇਸ਼ ਕੀਤਾ, ਭਾਰਤ ਕੁਕਿੰਗ ਕੋਲ 'ਚ ਨਿਵੇਸ਼ ਕੀਤਾ, ਜਾਂ BSNL 'ਚ, ਉਹ ਗਈਆਂ ਕਿੱਥੇ? ਉਹ ਤਾਂ ਵਿਕ ਗਈਆਂ। ਤਾਂ ਜੇ ਹੁਣ ਤੁਸੀਂ ਖੇਤੀ 'ਚ ਕਹਿ ਰਹੇ ਹੋ ਨਿਵੇਸ਼ ਕਰਨਾ, ਖੇਤੀ ਪਹਿਲੋਂ ਨਿੱਜੀ ਆ,
ਖੇਤੀ 'ਚ ਕੀ ਨਿਵੇਸ਼ ਹੁੰਦਾ? ਇਹਦਾ ਮਤਲਬ ਕਾਰਪੋਰੇਟ ਦੇ ਹਵਾਲੇ ਕਰ ਰਹੇ, ਖੇਤੀ ਕਿਸਾਨਾਂ ਦੀ ਨਹੀਂ ਰਹਿਣੀ। ਹਾਂ ਠੀਕ ਹੈ, ਉਹ ਸਾਡੇ ਵਾਲੀਆਂ ਦਲੀਲਾਂ ਉਹਨਾਂ ਦੇ ਸਮਝ 'ਚ ਨਹੀਂ ਆਉਂਦੀਆਂ, ਜਾਂ ਉਹ ਸਮਝਣਾ ਹੀ ਨਹੀਂ ਚਾਹੁੰਦੇ, ਜਾਂ ਪ੍ਰਧਾਨ ਮੰਤਰੀ ਦੇ ਜਿਵੇਂ ਵਿਸ਼ਵ ਵਪਾਰ ਸੰਸਥਾ ਦਾ ਜਿੰਨਾ ਦਬਾਅ ਆ, ਜਾਂ ਕਾਰਪੋਰੇਟ ਘਰਾਣਿਆਂ ਦਾ ਜਿੰਨਾ ਦਬਾਅ ਆ, ਉਹ ਅੱਡ ਮੈਟਰ ਰੱਖਦਾ। ਸੋ ਇਸ ਕਰਕੇ ਇਹ ਸੁੱਤੇ ਸਿੱਤਾ ਹੋਇਆ ਨਹੀਂ, ਇਹ ਲੰਮੇ ਦਾ ਤੋਂ ਇੱਕ ਪ੍ਰੋਸੈਸ ਚੱਲਿਆ, ਤੇ ਸਾਰੀਆਂ ਵਿਰੋਧੀ ਧਿਰਾਂ ਦੀਆਂ ਨੀਤੀਆਂ ਵੀ ਇਹੀ ਰਹੀਆਂ ਨੇ, ਬੇਸ਼ੱਕ ਅੱਜ ਉਹ ਕੁਛ ਜੋ ਮਰਜ਼ੀ ਕਰਨ। ਪਰ ਜਿਹੜਾ ਪੱਖ ਹੈ, ਸਾਨੂੰ ਦੂਜਾ ਪੱਖ ਵੀ ਸੁਣਨਾ ਪਊਗਾ ਜੀ। ਡੈਮੋਕ੍ਰੇਸੀ ਦੇ ਵਿੱਚ ਦੂਜੇ ਪੱਖ ਦੀ ਗੱਲ ਸੁਣਨੀ ਪਊ। ਜੇ ਦੂਜਾ ਪੱਖ ਇਹ ਕਹਿੰਦਾ ਕਿ 16 ਸੰਗਠਨ ਇਸ ਕਾਨੂੰਨ ਦੇ ਹੱਕ 'ਚ ਖੜੇ ਹੋ ਜਾਂਦੇ ਆ, ਤਾਂ ਉਹਨਾਂ ਦੇ ਵੀ ਕੁਝ ਤਰਕ ਨੇ ਫਿਰ। ਚਲੋ ਮੈਂ ਕਹਿੰਦਾ ਕਦੋਂ ਦੇ, ਜਦੋਂ ਕ੍ਰਾਈਸਿਸ ਸਿਰੇ ਲੱਗਾ, ਕੱਲ ਦੇ ਨਾ ਪਰਸੋਂ ਦੇ ਨਾ, 4 ਮਹੀਨੇ ਦਾ ਅੰਦੋਲਨ, ਚਲੋ ਉਦੋਂ ਤੇ ਕਿਉਂ ਨਾ ਆਏ, ਜਦੋਂ ਉਹਨਾਂ ਨੂੰ ਲੱਗਿਆ ਵੀ ਹੁਣ ਇਹ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਤੇ ਭਾਜਪਾ ਦੇ ਅੰਦਰ ਵੀ ਫੁੱਟ ਪੈ ਰਹੀ ਆ, ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਵੀ ਕਿਸਾਨ ਵਿਦਰੋਹ ਕਰ ਰਹੇ ਆ, ਤੇ ਉਹ ਆਪਣੇ ਪਾਰਟੀ ਡੈਮੇਜ ਨੂੰ ਘੱਟ ਕਰਨ ਲਈ ਕੁਝ ਫਰਜ਼ੀ ਸ਼ਬਦ ਕਹੀ ਨਾ, ਫਰਜ਼ੀ ਕਿਸਮ ਦੇ ਬੰਦੇ ਖੜੇ ਕਰਕੇ, ਸਰਕਾਰਾਂ ਲਈ ਕਿਹੜੀ ਵੱਡੀ ਗੱਲ ਹੁੰਦੀ ਆ, ਤੇ ਉਹ ਇਹ ਕਹਿ ਦੇਣਾ ਵੀ ਇਹ ਜੀ ਜਥੇਬੰਦੀਆਂ ਕਹਿ ਰਹੀਆਂ ਵੀ ਇਹ ਅਸੀਂ ਜਦੋਂ ਅਸੀਂ ਕਾਨੂੰਨ ਲਿਆਂਦੇ ਉਦੋਂ ਇਹ ਬੰਦੇ ਕਿਉਂ ਨਾ ਆ ਕੇ ਬੋਲੇ, ਜਿਹੜੇ ਤੁਸੀਂ ਅੱਜ ਖੜੇ ਕਰ ਰਹੇ, ਤਾਂ ਅਸੀਂ ਕਹਿੰਦੇ ਵੀ ਉਦੋਂ ਦੇ ਬੋਲ ਰਹੇ ਸੀ, ਇਹ ਖੜੇ ਕੀਤੇ ਗਏ। ਬੰਦੀਆਂ ਦੀ ਕੋਈ ਹਿਸਟਰੀ ਹੈ ਪੁਰਾਣੀ, ਜਾਂ ਰਾਤੋਂ ਰਾਤ ਹੀ ਖੜੇ ਹੋਏ ਆ? ਮੈਨੂੰ ਤਾਂ ਪਿੱਛੇ ਨਹੀਂ, ਮੈਂ ਨਹੀਂ ਜਾਣਦਾ ਆਪਣੇ ਤੌਰ ਤੇ ਜੀ, ਹੋ ਸਕਦਾ ਮੈਂ ਨਹੀਂ ਜਾਣਦਾ। ਹੁਣ ਤੁਸੀਂ ਕੱਛ 'ਚ ਦੇਖ ਲਓ, ਉਹਦੀ ਹਿਸਟਰੀ ਦੇਖੋ, ਜਿੱਥੇ ਕੱਲ ਪ੍ਰਧਾਨ ਮੰਤਰੀ ਜੀ ਗਏ ਨੇ, ਜਦੋਂ 71 ਤੇ 65 ਦੇ ਵਿੱਚ ਜੰਗਾਂ ਹੋਈਆਂ, ਪੰਜਾਬੀ ਲੜੇ ਨੇ, ਉਹ ਤੋਂ ਖੁਸ਼ ਹੋ ਕੇ ਲਾਲ ਬਹਾਦਰ ਸ਼ਾਹ ਨੇ ਕੱਛ ਦੇ ਏਰੀਏ 'ਚ ਬਾਤ ਕਰਾਈ ਹੋ ਲਾ ਕੇ। 2014 ਦੇ ਹਮਲੇ ਜਦੋਂ ਮੋਦੀ ਜੀ ਆਏ, ਉਹਨਾਂ ਨੇ ਕਾਨੂੰਨ ਲਿਆਂਦਾ ਵੀ ਜਿਹੜੇ ਬਾਹਰੋਂ ਆਏ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਫਰੀਜ਼ ਕਰਨੀਆਂ, ਇਹ ਓਪਨਲੀ ਆਇਆ। ਹੁਣ ਉਹਨਾਂ ਦੀ ਬਾਂਹ ਮਰੋੜੀ ਗਈ ਗੱਲ ਵੀ ਜੇ ਮੇਰੇ ਹੱਕ 'ਚ ਨਹੀਂ ਬੋਲਦੇ ਤਾਂ ਤੁਹਾਡੇ ਤੋਂ ਜ਼ਮੀਨਾਂ ਖੁੱਸ ਜਾਣੀਆਂ। ਤਾਂ ਫਿਰ ਇਹ ਕਿਵੇਂ ਕਹਿ ਲਈਏ ਵੀ ਕਿਹੜੇ ਕਿਸਾਨ ਹਮਾਇਤ ਕਰਦੇ ਨੇ? ਹੁਣ ਉੱਥੇ ਤਾਂ ਆਬਾਦ ਕਰਦੇ ਤੌਰ ਤੇ ਕਿਸਾਨ ਆ ਨਾ, ਤੁਸੀਂ ਪਹਿਲਾਂ ਪੰਜਾਬ 'ਚ ਉਹਨਾਂ ਦੀ ਬਹਾਦਰੀ ਕਰਕੇ ਲੈ ਗਏ, ਤਾਂ ਤੁਸੀਂ ਉਹਦੀ ਬਾਂਹ ਮਰੋੜ ਕੇ ਉਹਨਾਂ ਨੂੰ ਮੀਟਿੰਗ 'ਚ ਭਾਲ ਲਿਆ, ਤੇ ਦੇਸ਼ ਦੇ ਗਾੜੀ ਇਹ ਸਾਬਤ ਕਰਤਾ ਵੀ ਇਹ ਕਿਸਾਨ ਜੀ ਮੇਰਾ ਕਹਿ ਰਹੇ ਨੇ ਵੀ ਆਪਣਾ ਵੀ ਮੈਂ ਹਮਾਇਤ ਕਰਦਾ। ਸੋ ਦੂਸਰਾ ਜਿਹੜਾ ਪ੍ਰਧਾਨ ਮੰਤਰੀ ਜੀ ਬੋਲ ਰਹੇ ਉਹਦੇ ਟਿੱਪਣੀਆਂ ਮੈਂ ਕਰ ਰਿਹਾ ਵੀ ਉਹ ਕਹਿੰਦੇ ਨੇ ਪ੍ਰਾਈਵੇਟ ਖੇਤਰ, ਡੇਅਰੀ ਖੇਤਰ ਵੇਖ ਲਓ, ਮੱਛੀ ਪਾਲਣ ਖੇਤਰ ਵੇਖ ਲਓ, ਸ਼ਹਿਦ ਫਾਰਮ ਵਾਲਾ ਖੇਤਰ, ਪੋਲਟਰੀ ਫਾਰਮ ਵਾਲਾ। ਅਸੀਂ ਤਾਂ ਕਹਿੰਦੇ ਦੇਸ਼ ਦੀ ਪ੍ਰੈਸ ਆਂਕੜੇ ਲਿਆਵੇ, ਉੱਦਾਂ ਦੇ ਕਿਸਾਨਾਂ ਸਿਰ ਵੀ ਤਾਂ ਕਰਜ਼ਾ ਹਜ਼ਾਰਾਂ, ਉਹ ਕਿਵੇਂ ਪ੍ਰਫੁੱਲਤ ਹੋ ਰਹੇ ਨੇ। ਉਹਨਾਂ ਨੇ ਉਹਦੀ ਐਗਜ਼ਾਮਪਲ ਦਿੱਤੀ ਵੀ ਜਿਵੇਂ ਤੁਸੀਂ ਆਜ਼ਾਦ ਦੋ ਉਵੇਂ ਖੇਤੀ, ਤਾਂ ਇਹ ਖਿੱਤੇ ਵੀ ਪੰਜਾਬ ਦੇ ਵਿੱਚ ਮਾਰ ਖਾ ਰਹੇ ਨੇ। ਪੰਜਾਬ ਦੇ ਵਿੱਚ ਹਰ ਥਾਂ ਤੇ ਕਿਤੇ ਪ੍ਰਫੁੱਲਤ ਨਹੀਂ ਹੈਗਾ ਡੇਅਰੀ ਫਾਰਮਿੰਗ। ਤਾਂ ਅਮਰੀਕਾ ਦੀ ਇੱਕ ਐਗਜ਼ਾਮਪਲ ਆ ਵੀ ਜਦੋਂ ਕਾਰਪੋਰੇਟ ਅਮਰੀਕਾ ਦੇ ਵਿੱਚ ਡੇਅਰੀ ਖੇਤਰ 'ਚ ਆਇਆ ਤੇ 17,000 ਫਾਰਮ ਸੀਗੇ, ਅਮਰੀਕਾ ਦੇ ਅੰਕੜੇ ਆ, ਤੇ ਉਹਨੇ ਆ ਕੇ ਉਹਨਾਂ ਦੇ ਡੇਅਰੀ ਫਾਰਮ ਵੀ ਸ਼ਾਇਦ ਸਾਡੇ ਇੱਕ ਪਿੰਡ ਵਰਗਾ ਹੁੰਦਾ ਵੀ ਹਜ਼ਾਰਾਂ ਗਾਈਆਂ ਦਾ ਫਾਰਮ, ਤੇ ਜਦੋਂ ਕਾਰਪੋਰੇਟ ਆਇਆ ਤੇ ਉਹਨੇ 17,000 ਦਾ 17,000 ਕਿਸਾਨ ਬਾਹਰ ਕੱਢਤਾ, ਤੇ ਦੁੱਧ ਤੇ ਘਟਿਆ ਨਹੀਂਗਾ, ਦੁੱਧ ਦੀ ਕੀਮਤ ਵੱਧ ਗਈ, ਤੇ ਕਾਰਪੋਰੇਟ ਕਿਸਾਨੀ ਨੂੰ ਮੁਕਾ ਕੇ ਕਬਜ਼ਾ ਕਰ ਗਿਆ। ਤਾਂ ਸਾਡੇ ਵਾਲਾ ਕੀ ਜਿਹੜਾ 2 ਮੱਝਾਂ ਰੱਖਦਾ 2 ਗਾਈਆਂ ਰੱਖਦੀਆਂ, ਤਾਂ ਕਿਤੇ ਵੀ ਉਹਨਾਂ ਦੇ ਤਰਕ ਦਲੀਲ ਮੈਨੂੰ ਨਹੀਂ ਲੱਗਦਾ ਜੋ ਕਹਿ ਰਹੇ ਨੇ ਵੀ ਜਥੇਬੰਦੀਆਂ ਇਹ ਖੜੀਆਂ ਕੀਤੀਆਂ ਗਈਆਂ ਵਾ, ਹੈ ਨਹੀਂ ਅਸਲ ਵਿੱਚ। ਅੱਛਾ, ਇੱਕ ਜਿਹੜਾ ਸਰਕਾਰ ਕਹਿੰਦੀ ਵੀ ਸਰਕਾਰ ਜਾਂ ਦੂਜਾ ਪੱਖ ਹੈ ਜਿਹੜਾ, ਉਹ ਜਿਹੜੀ ਇਹ ਗੱਲ ਕਰਦਾ ਹੈ ਕਿ ਬਹੁਤ ਸਾਰੀਆਂ ਸਟੇਟਾਂ ਇਹੋ ਜਿਹੀਆਂ ਨੇ ਜਿਹੜੀ ਮਤਲਬ ਗ੍ਰੇਨਸ ਨਹੀਂ ਪੈਦਾ ਕਰਦੀਆਂ, ਅਨਾਜ ਨਹੀਂ ਪੈਦਾ ਕਰਦੀਆਂ, ਉਹ ਜਾਂ ਤਾਂ ਸਬਜ਼ੀਆਂ ਨੇ ਜਾਂ ਫਲ ਨੇ ਉਹ ਪੈਦਾ ਕਰਦੇ ਆ, ਸਪਾਈਸਸ ਹੈ, ਕੇਰਲਾ ਵਰਗੀਆਂ ਸਟੇਟਾਂ ਨੇ ਜਿਹੜੀਆਂ ਮਸਾਲੇ ਪੈਦਾ ਕਰਦੀਆਂ, ਉਹਨਾਂ ਦੇ ਲਈ ਇਹ ਜਿਹੜੀ ਖੁੱਲੀ ਮੰਡੀ ਹੈ ਉਹ ਬਹੁਤ ਵਧੀਆ ਹੈਗੀ। ਉੱਥੇ APMC ਵੀ ਹੈ ਨਹੀਂ, ਉਹਨਾਂ ਨੂੰ ਜਾਣ ਦਾ ਕੋਈ ਦੁੱਖ ਵੀ ਨਹੀਂ ਹੈਗਾ, ਨੈਚੁਰਲ ਦੀ ਗੱਲ ਹੈ ਜਦੋਂ ਹੈ ਨਹੀਂ ਗੀ। ਇਹ ਕਾਰਨ ਹੈ ਕਿ ਜਿਹੜਾ ਬਾਕੀ ਮੁਲਕ ਦਾ ਹਿੱਸਾ ਹੈਗਾ ਉੱਥੋਂ ਇਹ ਲਹਿਰ ਨਹੀਂ ਉੱਠੀ, ਜਾਂ ਉਹ ਲੋਕ ਤੁਹਾਡੇ ਨਾਲ ਨੇ। ਐ ਨਹੀਂ ਕਹਿ ਸਕਦੇ, ਬਿਹਾਰ ਦੀ ਐਗਜ਼ਾਮਪਲ ਲੈ ਲਈਏ ਜਾਂ ਕਹਿ ਲਈਏ, ਜਦੋਂ ਇਸ ਕਿਸਮ ਦੇ ਅੰਦੋਲਨ ਸਦੀਆਂ ਬਾਅਦ ਉੱਠਦੇ ਆ, ਉੱਥੇ ਜਦੋਂ ਇਹ ਚੀਜ਼ਾਂ ਆਈਆਂ ਤੇ ਚਲੀਆਂ ਗਈਆਂ, ਇਹ ਸੰਭਵ ਨਹੀਂ ਹੋ ਸਕਿਆ। ਸਾਡੇ ਵੀ ਤਾਂ ਹੈ ਨਾ, ਸਬਜ਼ੀ ਸਾਡਾ ਖੇਤਰ ਆ ਪੰਜਾਬ ਦਾ, ਤੇ ਸਬਜ਼ੀ ਖੇਤਰ ਤਾਂ APMC ਐਕਟ 'ਚ ਨਹੀਂ ਆਉਂਦਾ, ਉਹ ਉੱਪਰਲੀ ਚੱਲਦਾ। ਪਰ ਸਬਜ਼ੀ ਵਾਲੇ ਨੂੰ ਜੇ ਮਾਰ ਪਊ ਤਾਂ ਉਹ ਇਹ ਤਾਂ ਨਹੀਂ ਵੀ ਆਊਗਾ ਨਹੀਂ। ਅੱਜ ਤਾਂ ਉਹ ਵੀ ਅੱਜ ਕਿਸਾਨ ਸਬਜ਼ੀ ਪੈਦਾਵਾਰ ਕਰਨ ਵਾਲਾ ਵੀ ਹੈ ਤੇ ਆਮ ਝੋਨਾ ਕਣਕ ਵੀ ਪੈਦਾ ਕਰਦਾ। ਇਹ ਨਹੀਂ ਕਹਿ ਸਕਦੇ ਕਿਉਂਕਿ ਉਹਨੇ ਹੋਣੀ ਨੂੰ ਮੰਨ ਕੇ ਕੰਮ ਕਰ ਲਿਆ ਜੋ ਉਹਦੀ ਹੋਣੀ ਆ। ਜੇ ਇਹਦੇ 'ਚ ਵੀ ਸਰਕਾਰ ਖੜੀ ਹੁੰਦੀ ਵੀ ਸਾਡੇ ਕਿਹੜੇ ਕਿਹੜੇ ਖੇਤਰ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਦਾ ਕਰਦੇ ਨੇ, ਤੇ ਉਹਨਾਂ ਨੂੰ ਸਹੀ ਮੁੱਲ ਦੇਣ ਲਈ ਇੱਕ ਰੇਟ ਤੈਅ ਹੁੰਦਾ, ਤੇ ਕਿੱਥੇ ਕਿੱਥੇ ਇਹਨਾਂ ਦੀ ਲੋੜ ਆ ਤਾਂ ਉੱਥੇ ਅਸੀਂ ਸਪਲਾਈ ਕਰੀਏ, ਨਾ ਤਾਂ ਜਿਹੜਾ ਖਰੀਦਦਾਰ ਆ ਉਹ ਲੁੱਟਿਆ ਜਾਵੇ ਤੇ ਨਾ ਪੈਦਾ ਕਰਨ ਵਾਲਾ। ਇਹੋ ਜਿਹਾ ਸਿਸਟਮ ਹਿੰਦੁਸਤਾਨ 'ਚ ਨਹੀਂ ਰਿਹਾ ਜੋ ਦਲੀਲਾਂ ਦੇ ਰਹੇ ਨੇ। ਚਲੋ ਅਸਾਮ 'ਚ ਵੇਖ ਲਓ, ਚਾਹ ਕਿੰਨੀ ਮਹਿੰਗੀ ਆ, ਪ੍ਰਾਈਵੇਟ ਖੇਤਰ ਆ। ਹੁਣ ਜਿਹੜਾ ਚਾਹ ਪੈਦਾ ਕਰ ਰਿਹਾ ਅਸਾਮ ਤੋਂ ਵੀ ਤਾਂ ਮਰ ਰਿਹਾ, ਖੁਦਕੁਸ਼ੀ ਕਰ ਰਿਹਾ,
ਤੇ ਅਸੀਂ ਚਾਹ ਪੀਣ ਵਾਲੇ ਸਾਨੂੰ 400 ਰੁਪਏ ਕਿਲੋ ਮਿਲ ਰਹੀ। ਤਾਂ ਇਹ ਦਲੀਲਾਂ ਜ਼ਮੀਨੀ ਹਕੀਕਤਾਂ ਤੇ ਨਹੀਂ ਪੂਰੀਆਂ ਉਤਰੀਆਂ ਜਿਹੜੇ ਉਹ ਦੇ ਰਹੇ ਨੇ। ਇਹਨੂੰ ਅਸੀਂ ਐਂ ਦੇਖਦੇ ਹਾਂ। ਅੱਛਾ, ਇੱਕ ਉਗਰਾਹਾਂ ਸਾਹਿਬ, ਅੱਜ ਸੁਪਰੀਮ ਕੋਰਟ ਦੀ ਇਹ ਵੀ ਟਿੱਪਣੀ ਹੈ ਕਿ ਪ੍ਰੋਟੈਸਟ ਤਾਂ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ ਕਿਸਾਨਾਂ ਦਾ, ਪਰ ਉਹ ਕਿਸੇ ਇਹੋ ਜਿਹੀ ਜਗ੍ਹਾ ਤੇ ਬਹਿ ਕੇ ਕਰਨ ਜਿੱਥੇ ਆਮ ਪਬਲਿਕ ਨਾ ਦੁਖੀ ਹੋਵੇ। ਜੇ ਸੁਪਰੀਮ ਕੋਰਟ ਕੋਈ ਇਹੋ ਜਿਹੀ ਤੁਹਾਨੂੰ ਅਪੀਲ ਕਰਦੀ ਹੈ ਤਾਂ